ਸਾਹਿਬ ਜੀ ਜਿਉਂ ਬੁਲਾਵੇਂ ਤਿਉਂ ਬੋਲਾਂ ਸੁਆਮੀ। ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ। ਵਿਖਮ ਨਦੀ ਜਾਏ ਤਰਨੀ ਸਾਧ ਸੰਗਤ ਕੈ ਅੰਚਲ ਲਾਵੋ। ਵਿਖਮ ਨਦੀ ਜਾਏ ਤਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਹੈ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਸਦਕਾ ਸ਼ਾਮਾਂ ਦੇ ਦੀਵਾਨਾਂ ਅੰਦਰ ਮਨੁੱਖਾ ਜੀਵਨ ਨੂੰ ਸਫਲਾ ਕਰਨ ਦਾ ਸੁਭਾਗ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਨਿਤਾ ਪ੍ਰਤੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਨੂੰ ਇਹ ਪਾਵਨ ਸ਼ਬਦ ਬਖਸ਼ਿਸ਼ ਕਰਦੇ ਹਨ। ਸਰੰਜਾਮ ਲਾਗ ਭਉਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਸਮੂਹ ਮਨੁੱਖਤਾ ਵਾਸਤੇ ਇਹ ਪਾਵਨ ਉਪਦੇਸ਼ ਹੈ। ਸਤ ਸੰਗਤ ਅੰਦਰ ਜੁੜ ਬੈਠ ਕੇ ਜਿੱਥੇ ਮਨੁੱਖ ਸੰਸਾਰ ਦੇ ਵਿੱਚ ਰਹਿਣ ਵਾਸਤੇ ਬਹੁਤ ਸਾਰੇ ਉਦਮ ਕਰਦਾ ਹੈ, ਉੱਥੇ ਮਾਲਕ ਜੀ ਨੇ ਸਾਨੂੰ ਇਹ ਅੰਮ੍ਰਿਤ ਗਿਆਨ ਬਖਸ਼ਿਸ਼ ਕੀਤਾ ਹੈ। ਭਾਈ, ਅਸਾਂ ਸਾਰਿਆਂ ਨੇ ਸਤ ਸੰਗਤ ਵਿੱਚ ਜੁੜ ਕੇ ਵਾਹਿਗੁਰੂ ਜੀ ਦੇ ਨਾਮ ਦੀ ਆਰਾਧਨਾ ਕਰਨੀ ਹੈ, ਉਹਨੂੰ ਧਿਆਉਣਾ ਹੈ। ਬਾਣੀ ਦੇ ਵਿੱਚ ਬੇਅੰਤ ਵਾਰ ਸਤਿਗੁਰਾਂ ਨੇ ਇਹ ਬਚਨ ਕਹੇ ਕਿ ਬਹੁਤ ਵੱਡੇ ਭਾਗ ਹਨ ਮਨੁੱਖ ਤੇਰੇ, ਤੈਨੂੰ ਸਤ ਸੰਗਤ ਦੀ ਪ੍ਰਾਪਤੀ ਹੋਈ ਹੈ। ਆਪਣੇ ਆਪ ਨੂੰ ਅਸੀਂ ਵਡਭਾਗਾ ਜਾਣੀਏ ਕਿ ਸਾਡੇ ਬਹੁਤ ਵੱਡੇ ਭਾਗ ਹਨ ਕਿ ਸਾਨੂੰ ਗੁਰੂ ਕੀ ਸ਼ਰਨ ਵਿੱਚ ਬੈਠਣਾ ਨਸੀਬ ਹੋਇਆ ਹੈ। ਆਓ ਤੁਹਾਡੇ ਚਰਨਾਂ ਦੇ ਵਿੱਚ ਸੰਖੇਪ ਬੇਨਤੀ ਕਰਾਂ। ਅੱਜ ਦਾ ਜੋ ਪਾਵਨ ਸ਼ਬਦ ਲੜੀਵਾਰ ਵਿਚਾਰ ਦੇ ਵਿੱਚ ਸੀ ਬਾਬਾ ਕਬੀਰ ਸਾਹਿਬ ਦਾ, ਉਹਨੂੰ ਥੋੜਾ ਜਿਹਾ ਵਿਚਾਰਾਂਗੇ। ਕੱਲ ਦੇ ਵਿਚਾਰ ਵਿੱਚ ਸੰਪੂਰਨ ਉਹਦੀ ਵਿਚਾਰ ਕਰਾਂਗੇ, ਕਿਉਂਕਿ ਦਾਸਰਾ ਹੁਣੇ ਹੀ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਪਹੁੰਚਿਆ ਹੈ। ਤੇ ਬੇਨਤੀ ਹੈ, ਬਾਬਾ ਕਬੀਰ ਸਾਹਿਬ ਦਾ ਅੱਜ ਦਾ ਸ਼ਬਦ ਹੈ, ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤਗ। ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬਗ। ਓਏ ਹਰ ਕੇ ਸੰਤ ਨਾ ਆਖੀਐ ਬਾਨਾ ਰਸ ਕੇ ਠੱਗ। ਇਸ ਅੰਮ੍ਰਿਤ ਪੰਕਤੀ ਦੀ ਆਪਾਂ ਥੋੜੇ ਜਿਹੇ ਸਮੇਂ ਦੇ ਵਾਸਤੇ ਵਿਚਾਰ ਕਰਨੀ ਹੈ, ਔਰ ਮੈਂ ਬੇਨਤੀ ਕਰਾਂਗਾ ਵੀ ਸੰਪੂਰਨ ਸ਼ਬਦ ਆਪਾਂ ਕੋਸ਼ਿਸ਼ ਕਰਾਂਗੇ ਕੱਲ ਦੇ ਦੀਵਾਨ ਵਿੱਚ
ਇਹਨੂੰ ਸੰਪੂਰਨ ਕਰਾਂਗੇ। ਬਾਬਾ ਕਬੀਰ ਸਾਹਿਬ ਨੇ ਆਪਣੀ ਰਸਨਾ ਦੇ ਨਾਲ ਸੱਚ ਆਖਿਆ ਹੈ। ਬਾਣੀ ਵਿੱਚ ਥੋੜੇ ਜਿਹੇ ਮੈਂ ਉਹ ਉਦਾਹਰਣ ਆਪ ਜੀ ਦੇ ਸਮਕਸ਼ ਰੱਖਾਂਗਾ ਕਿ ਵੇਖੋ, ਸਮਝਣ ਵਾਸਤੇ ਸਾਨੂੰ ਇਉਂ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਇੱਕ ਪਾਸੇ ਤੇ ਬਾਬਾ ਕਬੀਰ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਬਚਨ ਨੇ, ਸੰਤਾਂ ਕੋ ਮਤ ਕੋਈ ਨਿੰਦੋ। ਬਾਬਾ ਕਬੀਰ ਸਾਹਿਬ ਦੇ ਬੋਲ ਨੇ, ਧਿਆਨ ਤੁਸੀਂ ਬਖਸ਼ਣਾ ਜਿੰਨੇ ਕੋ ਜੀਵ ਆਪਾਂ ਬੈਠੇ ਆ, ਕਿ ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਵਿਵੇਕੋ। ਇਹ ਵੀ ਬਾਬਾ ਕਬੀਰ ਸਾਹਿਬ ਦਾ ਸ਼ਬਦ ਹੈ। ਦੂਸਰੇ ਪਾਸੇ ਅੱਜ ਜੋ ਅਸੀਂ ਸ਼ਬਦ ਪੜ੍ਹ ਰਹੇ ਹਾਂ, ਵਿਚਾਰ ਰਹੇ ਹਾਂ, ਉਸ ਸ਼ਬਦ ਵਿੱਚ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਓਏ ਹਰ ਕੇ ਸੰਤ ਨਾ ਆਖੀਐ, ਬਾਨਾ ਰਸ ਕੇ ਠੱਗ। ਹੁਣ ਮੇਰੇ ਵਰਗਾ ਇੱਥੇ ਵਿਚਾਰ ਕਰੇਗਾ ਵੀ ਸ਼ਾਇਦ ਦੋ ਵਿਚਾਰਾਂ ਕਿਉਂ ਨੇ। ਇੱਕ ਪਾਸੇ ਬਾਬਾ ਕਬੀਰ ਸਾਹਿਬ ਕਹਿ ਰਹੇ ਨੇ ਕਿ ਵੀ ਸੰਤਾਂ ਨੂੰ ਨਿੰਦਣਾ ਨਹੀਂ ਚਾਹੀਦਾ, ਤੇ ਇੱਕ ਪਾਸੇ ਬਾਬਾ ਕਬੀਰ ਸਾਹਿਬ ਆਪ ਇਹ ਬਚਨ ਕਹਿ ਰਹੇ ਨੇ ਕਿ ਗਜ ਸਾਢੇ ਤੈ ਤੈ ਧੋਤੀਆਂ, ਤੇਹਰੇ ਪਾਇਨ ਤੱਗ, ਗਲੀ ਜਿਨਾ ਜਪ ਮਾਲੀਆਂ, ਲੋਟੇ ਹੱਥ ਨਿਬਗ। ਓਏ ਹਰ ਕੇ ਸੰਤ ਨਾ ਆਖੀਐ, ਬਾਨਾ ਰਸ ਕੇ ਠੱਗ। ਵਿਚਾਰ ਵੇਖਿਓ। ਦੂਸਰਾ ਮੈਂ ਹੋਰ ਇੱਕ ਉਦਾਹਰਣ ਤੁਹਾਡੇ ਚਰਨਾਂ ਵਿੱਚ ਰੱਖਾਂ। ਬਾਬਾ ਕਬੀਰ ਸਾਹਿਬ ਨੇ ਇੱਕ ਥਾਂ ਤੇ ਬਚਨ ਕਹੇ, ਕਹਿਣ ਲੱਗੇ ਕਿਆ ਪੜੀਐ ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ। ਸ਼ਬਦ ਬਾਬਾ ਕਬੀਰ ਸਾਹਿਬ ਦਾ ਹੈ। ਮੈਂ ਇਸ ਕਰਕੇ ਉਹੀ ਉਦਾਹਰਨਾਂ ਤੁਹਾਡੇ ਚਰਨਾਂ ਵਿੱਚ ਰੱਖਾਂ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਵੀ ਕਿਆ ਪੜੀਐ ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ। ਕਹਿਣ ਲੱਗੇ ਪੜੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਧਿਆਨ ਦਿਓ, ਇੱਕ ਪਾਸੇ ਇਹ ਬਚਨ ਕਹਿ ਦਿੱਤੇ। ਹੁਣ ਜੇ ਮੇਰੇ ਵਰਗਾ ਇਹਨੂੰ ਪੜ੍ਹ ਕੇ ਇਉਂ ਕਹੇ ਵੀ ਫਿਰ ਪੜ੍ਹਨਾ ਨਹੀਂ ਚਾਹੀਦਾ, ਧਾਰਮਿਕ ਗ੍ਰੰਥਾਂ ਨੂੰ ਪੜ੍ਹਨਾ ਨਹੀਂ ਚਾਹੀਦਾ। ਦੂਸਰੇ ਪਾਸੇ ਬਾਬਾ ਕਬੀਰ ਸਾਹਿਬ ਨੇ ਇੱਕ ਅੰਮ੍ਰਿਤ ਬਚਨ ਕਹੇ, ਜਿਹੜੀ ਉਹਨਾਂ ਦੀ 52 ਅੱਖਰੀ ਆਉਂਦੀ ਹੈ ਨਾ, ਉਹਦੇ ਵਿੱਚ ਆਪ ਬਚਨ ਪੜ੍ਹ ਕੇ ਵੇਖਣਾ ਵੀ ਤੁਰਕ ਤਰੀਕਤ ਜਾਣੀਏ, ਹਿੰਦੂ ਵੇਦ ਪੁਰਾਣ, ਮਨ ਸਮਝਾਵਨ ਕਾਰਨੇ ਕਛੁਅਕ ਪੜੀਏ ਗਿਆਨ। ਬਈ ਇਹ ਕੀ ਖੇਡ ਹੈ। ਜੇ ਆਪਾਂ ਪੁੱਛ ਕੇ ਵੇਖੀਏ ਬਾਬਾ ਕਬੀਰ ਸਾਹਿਬ, ਇੱਕ ਪਾਸੇ ਤੇ ਤੁਸੀਂ ਕਹਿੰਦੇ ਹੋ ਪੜ੍ਹਨਾ ਨਹੀਂ ਚਾਹੀਦਾ, ਇੱਕ ਪਾਸੇ ਆਪ ਕਹਿੰਦੇ ਹੋ ਵੀ ਤੁਰਕ ਤਰੀਕਤ ਜਾਣੀਏ, ਹਿੰਦੂ ਵੇਦ ਪੁਰਾਣ, ਮਨ ਸਮਝਾਵਨ ਕਾਰਨੇ ਕਛੁਅਕ ਪੜੀਏ ਗਿਆਨ। ਇਹਦਾ ਭਾਵ ਇੱਕ ਜਾਪਦਾ ਹੈ। ਖਿਆਲ ਕਰਨਾ, ਲੋਹੇ ਦੀ ਕਦੇ ਨਕਲ ਨਹੀਂ ਜੇ ਹੁੰਦੀ, ਸੋਨੇ ਦੀ ਬਹੁਤ ਨਕਲ ਹੁੰਦੀ ਹੈ। ਜੇ ਆਪਾਂ ਇਉਂ ਕਹਿ ਦਈਏ ਵੀ ਸੰਤ ਤੇ ਹੈ ਹੀ ਨਹੀਂ ਕੋਈ, ਗੱਲ ਨਹੀਂ ਜੇ ਬਣਦੀ। ਤੇ ਜੇ ਆਪਾਂ ਇਹ ਕਹਿ ਦਈਏ ਵੀ ਸਾਰੇ ਹੀ ਸੰਤ ਨੇ, ਖਿਮਾ ਮੈਨੂੰ ਕਰਿਓ, ਵਿਚਾਰ ਬੜੀ ਗਹਿਰੀ ਹੈ। ਇਸ ਕਰਕੇ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ, ਇੱਕ ਪਾਸੇ ਅਸੀਂ ਕਹਿ ਦਈਏ ਕੋਈ ਸੰਤ ਹੈ ਨਹੀਂ, ਗੱਲ ਨਹੀਂ ਬਣਦੀ। ਬਾਣੀ ਨੇ ਕਹਿਣਾ ਖੈਨ ਵਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ। ਬਾਣੀ ਨੇ ਉਦਾਹਰਣ ਦੇ ਕੇ ਸਾਡੇ ਸਾਹਮਣੇ ਉਹ ਰੱਖ ਦੇਣਾ, ਗੁਰਮੁਖਾ ਐਸੀ ਗੱਲ ਨਹੀਂ, ਨਾਮ ਜਪਣ ਵਾਲੀਆਂ ਰੂਹਾਂ ਹੈਨ, ਉਹ ਰਹਿਣਗੀਆਂ। ਧਰਤੀ ਤੇ ਨਾਮ ਜਪਣ ਵਾਲੀਆਂ ਰੂਹਾਂ ਰਹਿੰਦੀਆਂ ਨੇ। ਇੱਕ ਬਚਨ ਗੁਰੂ ਰਾਮਦਾਸ ਪਾਤਸ਼ਾਹ ਦਾ ਤੁਹਾਡੇ ਨਾਲ ਸੰਬੰਧ ਮੈਂ ਸਾਂਝਾ ਕਰ ਲਾਂ। ਸਤਿਗੁਰੂ ਨੇ ਬਚਨ ਕਹੇ, ਕਹਿਣ ਲੱਗੇ ਆ ਸਾਰੀ ਸ੍ਰਿਸ਼ਟੀ ਦੇ ਕਰੋੜਾਂ ਜੀਵ ਉਹਨਾਂ ਦੀ ਕਮਾਈ ਖਾਂਦੇ ਪਏ ਨੇ ਜਿਹੜੇ ਨਾਮ ਜਪ ਰਹੇ ਨੇ। ਜੋ ਇੱਕ ਮਨ ਚਿਤ ਆਰਾਧ ਦੇ, ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ। ਆ ਧਿਆਨ ਦਿਓ ਵੀ ਅਸੰਖ ਸ਼ਬਦ ਦਾ ਭਾਵ ਹੁੰਦਾ ਜਿਹਦੀ ਕੋਈ ਗਿਣਤੀ ਨਹੀਂ ਹੁੰਦੀ। ਕਰੋੜਾਂ ਉਹ ਜੀਵ ਨੇ, ਕਹਿਣ ਲੱਗੇ ਉਹਨਾਂ ਦੀ ਬਰਕਤ ਖਾਂਦੇ ਪਏ ਨੇ ਜਿਹੜੇ ਵਾਹਿਗੁਰੂ ਜੀ ਦੇ ਨਾਮ ਨੂੰ ਧਿਆ ਰਹੇ ਨੇ, ਪਰਮੇਸ਼ਰ ਦੇ ਨਾਮ ਨੂੰ ਜਪ ਰਹੇ ਨੇ। ਇਹਦਾ ਭਾਵ ਤਾਂ ਹੋਇਆ ਕਿ ਨਾਮ ਜਪਣ ਵਾਲੇ ਸੰਸਾਰ ਵਿੱਚ ਹੈਣ ਨਾ। ਤੇ ਬਾਬਾ ਕਬੀਰ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਜਿਹੜੇ ਬਚਨ ਕਹੇ, ਮੈਂ ਸ਼ੁਰੂ ਵਿੱਚ ਬੇਨਤੀ ਕੀਤੀ, ਇੱਥੇ ਕਹਿ ਰਹੇ ਨੇ ਬਾਨਾ ਰਸ ਕੇ ਠੱਗ, ਤੇ ਦੂਜੇ ਪਾਸੇ ਬਾਬਾ ਕਬੀਰ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਵਿਵੇਕੋ। ਫਿਰ ਕਿਰਪਾ ਕਰਕੇ ਇਹ ਵੀ ਦੱਸੋ ਨਾ ਕਿ ਬਰੀਕ ਅਕਲ, ਬਰੀਕ ਬੁੱਧ, ਇਹਦੇ ਵਿੱਚ ਗੁਰਮਤ ਗਿਆਨ ਕੀ ਹੈ। ਤੇ ਧਿਆਨ ਦਿਓ, ਹਮੇਸ਼ਾ ਮੇਰੇ ਮਾਲਕ ਨੇ ਮੈਂ ਸੋਚਦਾ ਹੁੰਨਾ, ਜੇ ਮੱਖਣ ਸ਼ਾਹ ਲੁਬਾਣਾ ਵਰਗਾ ਅੱਜ ਵੀ ਗੁਰਸਿੱਖ ਕੋਲ ਦਿਮਾਗ, ਅੱਜ ਵੀ ਗੁਰਸਿੱਖ ਕੋਲ ਸਿੱਖੀ, ਅੱਜ ਵੀ ਗੁਰਸਿੱਖ ਕੋਲ ਸ਼ਰਧਾ ਹੋਏ ਕਿ ਵੇਖੋ 22 ਮੰਜੇ ਲਾ ਕੇ ਜੇ ਬੈਠੇ ਨੇ ਧੀਰ ਮਲੀਏ, ਤੇ ਭਾਈ ਮੱਖਣ ਸ਼ਾਹ ਲੁਬਾਣੇ ਨੇ ਲੱਭ ਕੇ ਇਉਂ ਕਹਿ ਦਿੱਤਾ ਵੀ ਗੁਰੂ ਲਾਧੋਰੇ, ਗੁਰੂ ਲਾਧੋਰੇ।
ਗੁਰਸਿੱਖ ਕੋਲ ਇਹੋ ਜੀ ਸੂਝ, ਇਹੋ ਜੀ ਸਮਝ, ਇਹੋ ਜੀ ਅਕਲ, ਇਹੋ ਜੀ ਬਰੀਕ ਗੁਰਸਿੱਖੀ ਚਾਹੀਦੀ ਹੈ। ਜਦੋਂ ਆਪਾਂ ਪੜ੍ਹਦੇ ਹਾਂ ਵੀ ਗੁਰਸਿੱਖ ਹੰਸ ਹੈ, ਤੇ ਹੰਸ ਦਾ ਭਾਵ ਕੀ ਬਣਦਾ ਹੈ? ਹੰਸ ਦਾ ਭਾਵ ਤੇ ਇਹ ਬਣਦਾ, ਉਹ ਦੁੱਧ ਨੂੰ ਵੱਖਰਾ ਕਰ ਦਿੰਦਾ ਤੇ ਪਾਣੀ ਨੂੰ ਵੱਖਰਾ ਕਰ ਦਿੰਦਾ। ਵੀ ਹੰਸ ਤਾਂ ਉਹੀ ਹੈ ਨਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪ ਪੁੱਛਿਆ, ਤੁਹਾਡੇ ਚਰਨਾਂ ਵਿੱਚ ਅਰਜ ਕਰਾਂ। ਕਹਿਣ ਲੱਗੇ, ਭਾਈ ਗੁਰਦਾਸ ਤੁਸੀਂ ਕਿਰਪਾ ਕਰਕੇ ਦੱਸੋ ਵੀ ਤੁਸੀਂ ਨਿਖੇੜ ਕਿਵੇਂ ਕਰ ਲੈਂਦੇ ਹੋ ਕਿ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ, ਇਹ ਬਾਣੀ ਸਤਿਗੁਰਾਂ ਦੀ ਤੇ ਇਹ ਬਾਣੀ ਕੱਚੀ ਬਾਣੀ ਹੈ, ਤੁਸੀਂ ਕਿਵੇਂ ਕਰ ਲੈਂਦੇ ਹੋ? ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਉਦਾਹਰਣ ਦਿੱਤੀ। ਕਹਿਣ ਲੱਗੇ, ਸੁਹਾਗਣ ਇਸਤਰੀ ਨੂੰ ਪੁੱਛ ਕੇ ਵੇਖੋ, ਜਿਹੜੀ ਸੁਹਾਗਣ ਇਸਤਰੀ ਹੈ ਨਾ, ਤੇ ਹਜ਼ਾਰਾਂ ਦੇ ਵਿੱਚ ਵੀ ਉਹਦਾ ਪਤੀ ਬੋਲਦਾ ਹੋਏ ਨਾ, ਤੇ ਉਹ ਆਵਾਜ਼ ਸੁਣ ਕੇ ਦੱਸ ਦਿੰਦੀ ਵੀ ਆ ਮੇਰੇ ਪਤੀ ਦੀ ਆਵਾਜ਼ ਜੇ, ਆ ਮੇਰੇ ਵਾਹਿਗੁਰੂ ਦੀ ਆਵਾਜ਼ ਹੈ। ਤੇ ਜਿਹੜਾ ਗੁਰਸਿੱਖ ਸੁਹਾਗਣ ਹੈ ਨਾ, ਜਿਹਦੇ ਅੰਦਰ ਰੋਮ ਰੋਮ ਦੇ ਵਿੱਚ ਬਾਣੀ ਦਾ ਪ੍ਰਭਾਵ ਹੈ, ਜਿਹੜਾ ਬਾਣੀ ਦੇ ਨਾਲ ਜੁੜਿਆ ਹੋਇਆ ਹੈ, ਖਿਮਾ ਕਰਿਓ, ਉਹ ਆਪ ਹੀ ਨਿਖੇੜ ਕਰ ਲੈਂਦਾ ਵੀ ਇਹ ਕੱਚੀ ਬਾਣੀ ਹੈ ਤੇ ਪੱਕੀ ਬਾਣੀ ਹੈ, ਪੱਕਾ ਸੰਤ ਹੈ ਕਿ ਕੱਚਾ ਸੰਤ ਹੈ। ਦੋਵੇਂ ਗੱਲਾਂ ਨੇ ਨਾ ਸੰਸਾਰ ਵਿੱਚ। ਮੈਂ ਸ਼ੁਰੂ ਵਿੱਚ ਬੇਨਤੀ ਕੀਤੀ ਹੈ, ਆ ਸ਼ਬਦ ਸੁਣਦਿਆਂ ਮੇਰੇ ਮਨ ਵਿੱਚ ਇੱਕ ਖਿਆਲ ਆਇਆ। ਵੇਖੋ, ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਕ ਬਚਨ ਕਹੇ। ਕਹਿਣ ਲੱਗੇ, ਮਾਲਕਾ ਉਹਨਾਂ ਦੇ ਦੀਦਾਰ ਕਰਾ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਰੱਬ ਜੀ, ਤੁਸੀਂ ਮੈਨੂੰ ਚੇਤੇ ਆਓ। ਉਹਨਾਂ ਦੇ ਮੈਂ ਦੀਦਾਰ ਕਰਾਂ, ਉਹਨਾਂ ਦੇ ਮੈਂ ਦਰਸ਼ਨ ਕਰਾਂ, ਤੇ ਉਹਨਾਂ ਦੇ ਦਰਸ਼ਨ ਕੀਤਿਆਂ ਵਾਹਿਗੁਰੂ ਅਕਾਲ ਪੁਰਖ ਜੀ ਆਪ ਜੀ ਚਿੱਤ ਦੇ ਵਿੱਚ ਆ ਜਾਓ। ਆ ਤੁਸੀਂ ਪੜ੍ਹਦੇ ਹੋ ਸ਼ਲੋਕ ਵੀ, ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਜੈ, ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਜੈ, ਮਿੱਤਰ ਅਸਾੜੜੇ ਸੇਈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬੋਲ ਨੇ। ਕਹਿਣ ਲੱਗੇ, ਵਾਹਿਗੁਰੂ ਮੇਰੇ ਅਸਲ ਮਿੱਤਰ ਤੇ ਉਹ ਨੇ। ਕਿਉਂ? ਵੇਖੋ, ਸੰਸਾਰ ਦੇ ਵਿੱਚ ਮਿੱਤਰ, ਰਿਸ਼ਤੇਦਾਰ, ਸੰਬੰਧੀ ਤੇ ਬਹੁਤ ਨੇ, ਪਰ ਇੱਕ ਫੈਸਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਬੜਾ ਸੋਹਣਾ ਹੈ। ਕਹਿਣ ਲੱਗੇ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੋਂ ਦਿਸ ਘੇਰੈ, ਵਿਪਤ ਪਰੀ ਸਭ ਹੀ ਸੰਗ ਛਾੜਤ, ਕੋਉ ਨਾ ਆਵਤ ਨੇਰੈ। ਕਹਿਣ ਲੱਗੇ, ਇਹ ਵਿਦ ਕੋ ਵਿਵਹਾਰ ਬਨਿਓ ਹੈ, ਜਾਸਿਓ ਲੈ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋਉ ਕਾਮ ਨਾ ਆਇਓ। ਐਸੇ ਵੀ ਸੰਸਾਰ ਦੇ ਵਿੱਚ ਲੋਕ ਨੇ ਕਿ ਸੁਖ ਜੇ ਸਾਡੇ ਕੋਲ ਨੇ, ਆ ਬੜੀ ਵੱਡੀ ਉਦਾਹਰਨ ਤੁਹਾਡੇ ਸਾਹਮਣੇ ਰੱਖਦੇ ਨੇ ਵੀ ਜੇ ਸੁਖ ਸਾਡੇ ਕੋਲ ਨੇ ਤੇ ਲੋਕ ਟੁਕ ਟੁਕ ਕੇ ਕੋਲ ਬੈਠਦੇ ਨੇ, ਨੇੜੇ ਆ ਕੇ ਬੈਠਦੇ ਨੇ, ਤੇ ਬੰਦਾ ਜੇ ਦੁਖੀ ਹੋ ਜਾਏ, ਬਾਬਾ ਕਬੀਰ ਸਾਹਿਬ ਨੇ ਆਪ ਅੰਮ੍ਰਿਤ ਬਾਣੀ ਵਿੱਚ ਬਚਨ ਕੀਤੇ। ਕਹਿਣ ਲੱਗੇ, ਨਿਰਧਨ ਆਦਰ ਕੋਈ ਨਾ ਦੇ। ਬੜਾ ਔਖਾ ਹੈ ਵੀ ਕਿਸੇ ਨਿਰਧਨ ਮਨੁੱਖ ਨੂੰ, ਸਾਨੂੰ ਪਤਾ ਇਹਨੇ ਸਾਡਾ ਕੰਮ ਹੀ ਕੋਈ ਨਹੀਂ ਕੱਢਣਾ, ਇਹਨੇ ਕਦੇ ਸਾਡਾ ਕੋਈ ਕੰਮ ਨਹੀਂ ਕਰਨਾ, ਤੇ ਬੰਦਾ ਉਹਨੂੰ ਆਦਰ ਦਿੰਦਾ, ਉਹਨੂੰ ਮਾਣ ਦਿੰਦਾ। ਬਾਬਾ ਕਬੀਰ ਸਾਹਿਬ ਨੇ ਆਪ ਬਚਨ ਕਹਿ ਦਿੱਤੇ। ਕਹਿਣ ਲੱਗੇ, ਨਿਰਧਨ ਆਦਰ ਕੋਈ ਨਾ ਦੇ। ਉਹ ਲੱਖਾਂ ਯਤਨ ਵੀ ਕਰ ਲਏ ਨਾ, ਤੇ ਤਾਂ ਵੀ ਉਹ ਕਿਸੇ ਦੀ ਨਿਗਾਹ ਦੇ ਵਿੱਚ ਪ੍ਰਵਾਨ ਨਹੀਂ ਜੇ ਚੜਦਾ। ਕਾਰਨ ਕੀ ਹੈ? ਕਹਿਣ ਲੱਗੇ, ਉਹਦੇ ਕੋਲ ਚਾਰ ਦਮੜੇ ਨਹੀਂ ਨਾ। ਤੇ ਬਾਬਾ ਜੀ ਨੇ ਬਚਨ ਕੀਤੇ। ਕਹਿਣ ਲੱਗੇ, ਮੈਨੂੰ ਉਹਨਾਂ ਦੇ ਦੀਦਾਰ ਕਰਾ ਜਿਹੜੇ ਪੱਕੇ ਨੇ, ਜਿਹੜੇ ਵਾਹਿਗੁਰੂ ਤੇਰੇ ਬਣ ਗਏ। ਮਿੱਤਰ ਅਸਾੜੜੇ ਸੇਈ, ਮੇਰੇ ਮਿੱਤਰ ਉਹੀ ਨੇ। ਨਹੀਂ ਤੇ ਆਪ ਇਤਿਹਾਸ ਵਿੱਚ ਇੱਕ ਬਚਨ ਪੜ੍ਹ ਕੇ ਵੇਖਣਾ ਕਿ ਕਦੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਨੰਦਪੁਰ ਸਾਹਿਬ ਤੋਂ ਨਿਕਲੇ ਸੀ ਨਾ, ਕਿੰਨੇ ਕੁ ਸਿੱਖ ਨਾਲ ਸੀ, ਸ਼ਹਾਦਤਾਂ ਪਈਆਂ। ਉਸ ਤੋਂ ਬਾਅਦ ਤੁਸੀਂ ਇਤਿਹਾਸ ਵਿੱਚ ਇਹ ਵਾਕਿਆ ਆਪ ਪੜ੍ਹਦੇ ਤੇ ਸੁਣਦੇ ਵਿਦਵਾਨਾਂ ਪਾਸੋਂ ਹੋ ਕਿ ਜਦੋਂ ਮਾਛੀਵਾੜੇ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਗਏ ਨੇ ਨਾ, ਤੇ ਮਾਛੀਵਾੜੇ ਦੇ ਵਿੱਚ ਭਾਈ ਪੰਜਾਬੇ ਨੇ ਤੇ ਭਾਈ ਗੁਲਾਬੇ ਨੇ ਕੀ ਕੀਤਾ ਸੀ ਸਤਿਗੁਰਾਂ ਨਾਲ? ਉਹਨਾਂ ਕਿਹਾ ਸੀ ਵੀ ਅਸੀਂ ਤੁਹਾਨੂੰ ਆਪਣੇ ਘਰ ਨਹੀਂ ਰੱਖ ਸਕਦੇ। ਕਿਹਾ ਸੀ, ਇਤਿਹਾਸ ਦੇ ਵਿੱਚ ਬੋਲ ਨੇ ਨਾ। ਦੂਜੇ ਪਾਸੇ ਭਾਈ ਗਨੀ ਖਾਂ ਤੇ ਭਾਈ ਨਵੀ ਖਾਂ, ਜਿਹਦਾ ਇਤਿਹਾਸ ਵਿੱਚ ਬੋਲ ਲਿਖਿਆ, ਮੈਂ ਪੜ੍ਹ ਰਿਹਾ ਸੀ ਅੱਲਾ ਯਾਰ ਖਾਂ ਜੋਗੀ ਨੂੰ। ਉਹ ਕਹਿੰਦਾ ਹੈ, ਅਸਲ ਵਿੱਚ ਨਾ ਕੋਈ ਇਹ ਨਾ ਕਿ ਵੀ ਸਾਰੀ ਕੌਮ ਕੋਈ ਮਾੜੀ ਹੁੰਦੀ ਹੈ ਜਾਂ ਸਾਰੀ ਕੌਮ ਕੋਈ ਚੰਗੀ ਹੁੰਦੀ। ਬੜੇ ਸੋਹਣੇ ਬੋਲ ਨੇ ਉਹਦੇ। ਉਹ ਕਹਿੰਦਾ, ਵੇਖੋ ਪੜ੍ਹ ਕੇ, ਨਾ ਹਿੰਦੂ ਹੈ ਅੱਛੇ, ਨਾ ਮੁਸਲਮਾਨ ਹੈ ਅੱਛੇ, ਦਿਨ ਲੇਕ ਹੈ ਜਿਨਕੇ ਵਹੀ ਇਨਸਾਨ ਹੈ ਅੱਛੇ। ਕਿਉਂਕਿ ਵੇਖੋ ਇਤਿਹਾਸ ਸਾਡੇ ਸਾਹਮਣੇ ਹੈ, ਬਚਨ ਸਾਡੇ ਸਾਹਮਣੇ ਨੇ ਵੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਗੁਰੂ ਘਰ ਦੇ ਮਸੰਦ, ਗੁਰੂ ਘਰ ਦੇ ਮੇਰੇ ਵਰਗੇ